BTV ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। 에ਅਰ ਕੈਨੇਡਾ ਫਲਾਈਟ ਦੀ ਉਲਟੀ ਨਾਲ ਗੰਦੀ ਸੀਟ ਤੇ ਯਾਤਰੀ ਨੇ ਬੈਠਣ ਤੋਂ ਕੀਤਾ ਇਨਕਾਰ। 에ਅਰ ਕੈਨੇਡਾ ਨੇ ਮੰਗੀ ਮਾਫੀ। ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਦੇ ਨਾਂ ਤੇ ਰੱਖਿਆ ਗਿਆ ਸੜਕ ਦਾ ਨਾਂ। ਮੈਕਸੀਕੋ ਵਿੱਚ ਜੈਂਡਰ ਰਿਵੀਲ ਪਾਰਟੀ ਦੌਰਾਨ ਜਹਾਜ਼ ਕ੍ਰੈਸ਼, ਪਾਇਲਟ ਦੀ ਹੋਈ ਮੌਤ। ਸਰਕਾਰ ਗ੍ਰੀਨ ਬੈਲਟ ਦੀਆਂ ਹੋਰ ਜ਼ਮੀਨਾਂ ਦਾ ਮੁੜ ਕਰੇਗੀ ਮੁਲਾਂਕਣ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਿੱਤੀ ਜਾਣਕਾਰੀ। ਹੁਣ ਖਬਰਾਂ ਵਿਸਥਾਰ ਨਾਲ। 에ਅਰ ਕੈਨੇਡਾ ਦੀ ਲਾਸ ਵੇਗਾਸ ਤੋਂ ਮੌਂਟਰੀਅਲ ਜਾਣ ਵਾਲੀ ਫਲਾਈਟ 'ਚ ਕਥਿਤ ਤੌਰ ਤੇ ਉਲਟੀ ਨਾਲ ਗੰਦੀ ਹੋਈ ਯਾਤਰੀ ਦੀ ਸੀਟ ਵਾਲੀ ਗੱਲ ਤੋਂ ਬਾਅਦ 에ਅਰ ਕੈਨੇਡਾ ਨੇ ਆਪਣੇ ਗਾਹਕਾਂ ਤੋਂ ਮਾਫੀ ਮੰਗੀ ਹੈ। ਜਾਣਕਾਰੀ ਮੁਤਾਬਕ 에ਅਰ ਕੈਨੇਡਾ ਦੀ ਫਲਾਈਟ 'ਚ ਟਰੈਵਲ ਕਰ ਰਹੀ ਇੱਕ ਸੁਜ਼ੈਨ ਬੈਂਸਨ ਨਾਂ ਦੀ ਔਰਤ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਔਰਤ ਨੇ ਦੱਸਿਆ ਕਿ ਜਦੋਂ ਉਹ 26 ਅਗਸਤ ਨੂੰ ਟਰੈਵਲ ਕਰ ਰਹੀ ਸੀ ਉਦੋਂ ਜਹਾਜ਼ ਦੇ ਚਾਲਕ ਦਲ ਨੇ ਬੋਰਡਿੰਗ ਤੋਂ ਪਹਿਲਾਂ ਉਲਟੀ ਦੀ ਗੰਧ ਨੂੰ ਛੁਟਕਾਰਾ ਪਾਉਣ ਲਈ ਸੀਟ ਪਾਊਚ ਵਿੱਚ ਕੌਫੀ ਪੀਸ ਕੇ ਰੱਖ ਦਿੱਤੀ ਅਤੇ ਪਰਫਿਊਮ ਛਿੜਕਿਆ ਅਤੇ ਜਦੋਂ ਸਪਸ਼ਟ ਤੌਰ ਤੇ ਪਰੇਸ਼ਾਨ ਮੁਸਾਫਰਾਂ ਨੇ ਫਲਾਈਟ ਅਟੈਂਡੈਂਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੀਟ ਅਤੇ ਸੀਟ ਬੈਲਟ ਗਿੱਲੀ ਸੀ ਅਤੇ ਉਹਨਾਂ ਦੇ ਸੀਟ ਵਾਲੇ ਏਰੀਆ ਵਿੱਚ ਅਜੇ ਵੀ ਉਲਟੀ ਦੀ ਰਹਿੰਦ ਖੂੰਹਦ ਦਿਖਾਈ ਦੇ ਰਹੀ ਸੀ ਤਾਂ ਫਲਾਈਟ ਅਟੈਂਡੈਂਟ ਨੇ ਬਹੁਤ ਮਾਫੀ ਮੰਗੀ ਪਰ ਸਮਝਾਇਆ ਕਿ ਫਲਾਈਟ ਭਰੀ ਹੋਈ ਹੈ ਜਿਸ ਕਰਕੇ ਉਹ ਕੁਝ ਨਹੀਂ ਕਰ ਸਕਦੀ। ਇਸ ਘਟਨਾ ਨੂੰ ਔਰਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਘਿਨਾਉਣਾ ਦੱਸਿਆ। ਜ਼ਿਕਰਯੋਗ ਹੈ ਕਿ ਲਾਸ ਵੇਗਾਸ ਤੋਂ ਮੌਂਟਰੀਅਲ ਦੀ ਫਲਾਈਟ ਲਗਭਗ 4.5 ਘੰਟੇ ਦੀ ਹੈ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਔਰਤ ਨੇ ਲਿਖਿਆ ਕਿ ਯਾਤਰੀਆਂ ਨੂੰ ਕੰਬਲ, ਟਿਸ਼ੂਜ਼ ਅਤੇ ਹੋਰ ਸਿਕ ਬੈਗ ਦਿੱਤੇ ਗਏ ਸੀ ਅਤੇ ਜਦੋਂ ਉਹ ਸੈਟਲ ਹੋ ਗਏ ਪਾਇਲਟ ਉਹਨਾਂ ਕੋਲ ਆਇਆ ਅਤੇ ਉਹਨਾਂ ਨੂੰ ਜਾਣ ਲਈ ਕਿਹਾ। ਬੈਂਸਨ ਨੇ ਦੋਸ਼ ਲਗਾਇਆ ਕਿ ਇਸ ਘਟਨਾ ਤੋਂ ਬਾਅਦ ਪਾਇਲਟ ਉੱਠਿਆ ਅਤੇ ਜਹਾਜ਼ ਦੇ ਮੂਰਲੇ ਪਾਸੇ ਚਲਾ ਗਿਆ। ਉਸਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਜੋ ਅਸੀਂ ਵੇਖਿਆ ਉਸ ਵਿੱਚ ਸਿਕਿਉਰਿਟੀ ਗਾਰਡ ਆਇਲ ਵਿੱਚ ਆਇਆ ਅਤੇ 2 ਔਰਤਾਂ ਨੂੰ ਜਹਾਜ਼ ਤੋਂ ਬਾਹਰ ਲੈ ਗਿਆ। ਜਦੋਂ ਕੁਝ ਮੀਡੀਆ ਵੱਲੋਂ ਬੈਂਸਨ ਦੀ ਕਹਾਣੀ ਦੀ ਪੁਸ਼ਟੀ ਕਰਨ ਲਈ 에ਅਰ ਕੈਨੇਡਾ ਤੱਕ ਪਹੁੰਚ ਕੀਤੀ ਗਈ ਤਾਂ ਜਵਾਬ ਵਿੱਚ 에ਅਰਲਾਈਨ ਨੇ ਕਿਹਾ ਕਿ ਉਹ ਅੰਦਰੂਨੀ ਤੌਰ ਤੇ ਇਸ ਗੰਭੀਰ ਮਾਮਲੇ ਦੀ ਸਮੀਖਿਆ ਕਰ ਰਹੇ ਹਨ ਅਤੇ ਆਪਣੇ ਕਸਟਮਰਸ ਨਾਲ ਸਿੱਧਾ ਫੋਲੋ-ਅਪ ਕਰ ਰਹੇ ਹਨ। ਇਸ ਪੂਰੇ ਮਾਮਲੇ ਵਿੱਚ 에ਅਰ ਕੈਨੇਡਾ ਨੇ ਆਪਣੇ ਲਿਖੇ ਹੋਏ ਬਿਆਨ ਵਿੱਚ ਕਿਹਾ ਕਿ ਸਾਡੀਆਂ ਸੰਚਾਲਨ ਪ੍ਰਕਿਰਿਆਵਾਂ ਦਾ ਇਸ ਮਾਮਲੇ ਵਿੱਚ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ, ਜਿਸ ਕਰਕੇ ਉਹ ਇਸ ਮਾਮਲੇ 'ਚ ਸ਼ਾਮਿਲ ਕਸਟਮਰਸ ਤੋਂ ਮਾਫੀ ਮੰਗਦੇ ਹਨ। 에ਅਰਲਾਈਨ ਨੇ ਅੱਗੇ ਕਿਹਾ ਕਿ ਪੀੜਤ ਯਾਤਰੀਆਂ ਨੂੰ ਸਪਸ਼ਟ ਤੌਰ ਤੇ ਦੇਖਭਾਲ ਦਾ ਉਹ ਮਿਆਰ ਪ੍ਰਾਪਤ ਨਹੀਂ ਹੋਇਆ ਜਿਸ ਦੇ ਉਹ ਹੱਕਦਾਰ ਸਨ ਅਤੇ ਇਸ ਲਈ 에ਅਰ ਕੈਨੇਡਾ ਇਸ ਮਾਮਲੇ ਬਾਰੇ ਉਹਨਾਂ ਦੇ ਸੰਪਰਕ ਵਿੱਚ ਰਹੇਗੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਇੱਕ ਰਾਜਮਾਰਗ ਦੇ ਹਿੱਸੇ ਦਾ ਨਾਂ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਮ ਤੇ ਰੱਖਿਆ ਗਿਆ। ਜਾਣਕਾਰੀ ਮੁਤਾਬਕ 2018 'ਚ ਇੱਕ ਵਿਅਕਤੀ ਨੇ 33 ਸਾਲਾ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਇਸ ਲਈ ਸ਼ਹੀਦ ਰਾਸ਼ਟਰੀ ਨਾਇਕ ਦਾ ਸਨਮਾਨ ਕਰਨ ਲਈ ਨਿਊਮੈਨ 'ਚ ਰਾਜਮਾਰਗ ਦਾ ਇਹ ਹਿੱਸਾ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਨਿਊਮੈਨ ਵਿੱਚ ਹਾਈਵੇ 33 ਦਾ ਵਿਸਤਾਰ ਨਿਊਮੈਨ ਪੁਲਿਸ ਵਿਭਾਗ ਦੇ ਮਿਸਟਰ ਸਿੰਘ ਨੂੰ ਸਮਰਪਿਤ ਕੀਤਾ ਗਿਆ। ਹਾਈਵੇ 33 ਅਤੇ ਸਟੂਹਰ ਰੋਡ ਤੇ ਕਾਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇ ਦੇ ਨਾਮ ਵਾਲਾ ਸਾਈਨ ਬੋਰਡ ਵੀ ਲਾਇਆ ਗਿਆ ਹੈ। ਫਿਜੀ ਦਾ ਰਹਿਣ ਵਾਲਾ ਰੋਨਿਲ ਸਿੰਘ ਜੁਲਾਈ 2011 ਵਿੱਚ ਫੋਰਸ ਵਿੱਚ ਸ਼ਾਮਲ ਹੋਇਆ ਸੀ, ਜਿਸ ਨੂੰ 26 ਦਸੰਬਰ 2018 ਨੂੰ ਸ਼ੱਕੀ ਸ਼ਰਾਬੀ ਡਰਾਈਵਰ ਨੇ ਗੋਲੀ ਮਾਰ ਦਿੱਤੀ ਸੀ। 3 ਦਿਨਾਂ ਦੀ ਭਾਲ ਤੋਂ ਬਾਅਦ ਉਸਦੇ ਕਾਤਲ ਪਾਇਲੋ ਵਰਜਨ ਮੋਡਿੰਸਾ ਨੂੰ ਕੇਰਨ ਕਾਉਂਟੀ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਫੜਿਆ ਗਿਆ ਸੀ ਅਤੇ ਮੁਲਜ਼ਮ ਨੂੰ ਨਵੰਬਰ 2020 ਵਿੱਚ ਸਿੰਘ ਦੇ ਕਤਲ ਲਈ ਦੋਸ਼ੀ ਮੰਨਿਆ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਸਮਾਗਮ ਵਿੱਚ ਸ਼੍ਰੀ ਸਿੰਘ ਦੀ ਪਤਨੀ ਅਨਾਮਿਕਾ, ਉਹਨਾਂ ਦਾ ਬੇਟਾ ਅਰਨਵ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਉਸ ਦੇ ਨਾਲ ਉਸਦੇ ਨਿਊਮੈਨ ਪੁਲਿਸ ਵਿਭਾਗ ਦੇ ਸਹਿਯੋਗੀ ਅਤੇ ਕਾਉਂਟੀ ਸੁਪਰਵਾਈਜ਼ਰ ਚਾਂਸ ਕੰਡਿਟ, ਸਟੇਟ ਸੈਨੇਟਰ ਮੈਰੀ ਅਲਵਾਰਡੋ ਗਿਲ, US ਦੇ ਪ੍ਰਤੀਨਿਧੀ ਜੋਹਨ ਡੁਆਰਟੇ ਅਤੇ ਅਸੈਂਬਲੀਮੈਨ ਜੁਆਨ ਅਲਾਨੀ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਸਾਈਨ ਦੇ ਪਿਛਲੇ ਪਾਸੇ ਅਰਨਵ ਦਾ ਮੈਸੇਜ ਦਿੱਤਾ ਗਿਆ ਹੈ ਜਿਸ ਤੇ ਲਿਖਿਆ ਹੈ ਲਵ ਯੂ ਪਾਪਾ। ਐਲਨਿਸ ਨੇ ਐਕਸ ਤੇ ਪੋਸਟ ਕੀਤਾ ਕਿ ਅੱਜ ਕਮਿਊਨਿਟੀ ਕਾਰਪੋਰਲ ਰੋਨਿਲ ਸਿੰਘ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਇਕੱਠੇ ਹੋਏ ਹਨ, ਜੋ ਦਸੰਬਰ 2018 ਵਿੱਚ ਡਿਊਟੀ ਦੀ ਲਾਈਨ ਵਿੱਚ ਦੁਖਦਾਈ ਤੌਰ ਤੇ ਮਾਰਿਆ ਗਿਆ ਸੀ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮੈਮੋਰੀਅਲ ਹਾਈਵੇ ਸਾਈਨ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਅਤੇ ਇਹ ਮੈਮੋਰੀਅਲ ਹਾਈਵੇ 33 ਅਤੇ ਸਟੂਹਰ ਰੋਡ ਤੇ ਸਥਾਪਿਤ ਕੀਤਾ ਜਾਵੇਗਾ। ਮੈਕਸੀਕੋ ਵਿੱਚ ਇੱਕ ਜੈਂਡਰ ਰਿਵੀਲ ਪਾਰਟੀ ਉਸ ਸਮੇਂ ਉਦਾਸੀ ਵਿੱਚ ਬਦਲ ਗਈ ਜਦੋਂ ਜੈਂਡਰ ਰਿਵੀਲ ਕਰਨ ਵਾਲੇ ਪਾਇਲਟ ਦੀ ਜਹਾਜ਼ ਕ੍ਰੈਸ਼ ਹੋਣ ਨਾਲ ਮੌਤ ਹੋ ਗਈ। ਸੋਸ਼ਲ ਮੀਡੀਆ ਤੇ ਪਾਈ ਇੱਕ ਵੀਡੀਓ ਵਿੱਚ ਵੇਖਿਆ ਗਿਆ ਕਿ ਇੱਕ ਲਾਲ ਸੇਸਨਾ ਕਿਸਮ ਦਾ ਜਹਾਜ਼ ਜ਼ਮੀਨ ਦੇ ਨੇੜੇ ਉੜਦਾ ਦਿਖਾਈ ਦੇ ਰਿਹਾ ਹੈ। ਜਦੋਂ ਇਹ ਜਹਾਜ਼ ਜੋੜੇ ਦੇ ਕੋਲ ਪਹੁੰਚਦਾ ਹੈ ਜੋ ਇੱਕ ਉਹ ਬੇਬੀ ਸਿੰਬਲ ਕੋਲ ਖੜੇ ਦਿਖਾਈ ਦੇ ਰਹੇ ਹਨ
ਜਿਸ ਤੋਂ ਬਾਅਦ ਹਵਾਈ ਜਹਾਜ਼ ਦੇ ਮੁੱਖ ਭਾਗ ਤੋਂ ਖੱਬਾ ਵਿੰਗ ਟੁੱਟਦਾ ਦਿਖਾਈ ਦੇਣ ਤੋਂ ਪਹਿਲਾਂ ਜਹਾਜ਼ ਗੁਲਾਬੀ ਧੂਏ ਨੂੰ ਛੱਡਦਾ ਹੈ ਅਤੇ ਇਸ ਤੋਂ ਬਾਅਦ ਜਹਾਜ਼ ਅੱਗੇ ਨੂੰ ਜਾਂਦਾ ਹੋਇਆ ਖੱਬੇ ਪਾਸੇ ਵੱਲ ਘੁੰਮਦਾ ਦਿਖਾਈ ਦਿੰਦਾ ਹੈ ਅਤੇ ਵੀਡੀਓ ਵਿੱਚ ਮੌਜੂਦ ਲੋਕ ਵਾਪਸ ਫੁਟੇਜ ਨੂੰ ਉਸ ਜੋੜੇ ਕੋਲ ਲੈ ਜਾਂਦੇ ਹਨ। ਇਸ ਮਾਮਲੇ ਵਿੱਚ ਸਥਾਨਕ ਨਿਊਜ਼ ਸਾਈਟ ਐਲ ਸੋਲ ਡੀ ਸਿਨੋਲੀਆ ਦੇ ਅਨੁਸਾਰ ਪਾਇਲਟ ਦਾ ਜਹਾਜ਼ ਕੰਟਰੀ ਐਸਟੇਟ ਦੇ ਪਿੱਛੇ ਖੇਤਾਂ ਵਿੱਚ ਕ੍ਰੈਸ਼ ਹੋਇਆ ਸੀ, ਜਿੱਥੇ ਸ਼ਾਮ ਦੇ ਸਮੇਂ ਜੈਂਡਰ ਰਿਵੀਲ ਦੀ ਪਾਰਟੀ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਪਾਇਲਟ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਸਿਨੋਲੀਆ ਰੈੱਡ ਕਰਾਸ ਦੇ ਪੈਰਾਮੈਡਿਕਸ ਨੇ ਪਾਇਲਟ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਦਾ ਮੌਕੇ ਤੇ ਇਲਾਜ ਕੀਤਾ। ਪਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਾਇਲਟ ਦੀ ਬਾਅਦ ਵਿੱਚ ਗੰਭੀਰ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਸੀ। ਪਾਇਲਟ ਦੀ ਪਛਾਣ ਐਲ ਸੋਲ ਡੀ ਸਿਨੋਲੀਆ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਦੱਸਿਆ ਕਿ ਪਾਇਲਟ 32 ਸਾਲਾਂ ਦਾ ਲੁਇਸ ਐਂਜਲ ਸੀ। ਫਿਲਹਾਲ ਮਾਮਲੇ ਵਿੱਚ ਜਾਂਚਕਰਤਾਵਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ। ਮਾਮਲੇ ਵਿੱਚ ਹਾਦਸੇ ਕਾਰਨ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਵੀ ਇੱਕ ਇਸ ਤਰ੍ਹਾਂ ਦੀ ਹੀ ਸਮਾਨ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕੈਨਕੂਨ ਵਿੱਚ ਜਦੋਂ ਜੈਂਡਰ ਰਿਵੀਲ ਪਾਰਟੀ 'ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਵਿੱਚ ਵੀ ਇੱਕ ਪਾਇਲਟ ਅਤੇ ਸਹਿ ਪਾਇਲਟ ਦੀ ਮੌਤ ਹੋ ਗਈ ਸੀ, ਜਦੋਂ ਉਹਨਾਂ ਦਾ ਜਹਾਜ਼ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ ਸੀ, ਜੋ ਕਿ ਇੱਕ ਬੈਨਰ ਨੂੰ ਦੇਖ ਰਹੇ ਜੋੜੇ ਦੇ ਬੱਚੇ ਦਾ ਜੈਂਡਰ ਰਿਵੀਲ ਕਰ ਰਹੇ ਸੀ। ਇਸ ਤੋਂ ਪਹਿਲਾਂ ਸਾਲ 2020 ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ, ਜਿੱਥੇ ਜੋੜੇ ਨੇ ਬੇਬੀ ਸ਼ਾਵਰ ਦੌਰਾਨ ਆਪਣੇ ਬੱਚੇ ਦਾ ਜੈਂਡਰ ਰਿਵੀਲ ਕਰਨ ਸਮੇਂ ਧੂਆਂ ਪੈਦਾ ਕਰਨ ਵਾਲੇ ਪਾਇਰੋਟੈਕਨਿਕ ਯੰਤਰ ਦੀ ਵਰਤੋਂ ਕੀਤੀ, ਜਿਸ ਕਰਕੇ ਜੰਗਲੀ ਅੱਗ ਲੱਗ ਗਈ ਸੀ ਅਤੇ ਅੱਗ ਨਾਲ ਲਗਭਗ 22,000 ਏਕੜ ਜ਼ਮੀਨ ਝੁਲਸ ਗਈ ਸੀ, ਜਿਸ ਵਿੱਚ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ ਸੀ। ਯੈਲੋਨਾਈਫ ਤੇ ਰਹਿਣ ਵਾਲੇ ਲੋਕ ਆਪਣੀ ਉਂਗਲੀਆਂ ਤੇ ਦਿਨ ਗਿਣ ਰਹੇ ਹਨ, ਇਸ ਉਮੀਦ ਵਿੱਚ ਕਿ ਇੱਕ ਆਮ ਇਵੈਕੂਏਸ਼ਨ ਆਰਡਰ ਦੀ ਨੀਅਤ ਲਿਫਟਿੰਗ ਯੋਜਨਾ ਅੱਗੇ ਵਧੇਗੀ ਅਤੇ ਉਹਨਾਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਵੈਕੂਏਸ਼ਨ ਆਰਡਰ ਲਿਫਟ ਕੀਤਾ ਜਾਵੇਗਾ ਜਾਂ ਨਹੀਂ, ਇਹ ਅੱਗ ਅਤੇ ਹਾਈਵੇ ਦੀਆਂ ਸਥਿਤੀਆਂ ਤੇ ਨਿਰਭਰ ਕਰਦਾ ਹੈ, ਪਰ ਨਾਰਥ ਵੈਸਟ ਟੈਰੀਟਰੀਜ਼ ਦੇ ਵਾਈਲਡਫਾਇਰ ਸੂਚਨਾ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਲਈ ਹਾਈਵੇ 1 ਤੋਂ ਕਿਸੇ ਤਰ੍ਹਾਂ ਦੀ ਵਾਈਲਡਫਾਇਰ ਦੀ ਚੁਣੌਤੀ ਨਜ਼ਰ ਨਹੀਂ ਆ ਰਹੀ ਹੈ। ਯੈਲੋਨਾਈਫ ਸਿਟੀ ਮੈਨੇਜਰ ਸ਼ੀਲਾ ਬਾਸੀ ਕੈਲਟ ਦਾ ਕਹਿਣਾ ਹੈ ਕਿ ਗ੍ਰੋਸਰੀ ਸਟੋਰਸ, ਫਾਰਮੇਸੀਆਂ, ਹੋਮ ਹੀਟਿੰਗ ਪ੍ਰੋਵਾਈਡਰਸ ਅਤੇ ਇੱਥੋਂ ਤੱਕ ਕਿ ਕੁਝ ਟੈਕਸੀ ਡਰਾਈਵਰ ਅਤੇ ਡੇ ਕੇਅਰ ਪ੍ਰੋਵਾਈਡਰ ਦੇ ਕਰਮਚਾਰੀ ਬਾਕੀ ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਵਾਪਸ ਆ ਰਹੇ ਹਨ। ਬਾਸੀ ਕੈਲਟ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਤਿਆਰੀ ਕਰ ਰਹੇ ਹਾਂ ਕਿ ਸ਼ਹਿਰ ਲੋਕਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਲਈ 3 ਹਫ਼ਤਿਆਂ ਦਾ ਭੋਜਨ ਫਰਿੱਜਾਂ ਵਿੱਚ ਮੌਜੂਦ ਰਹੇ। ਯੈਲੋਨਾਈਫ ਦੇ ਇਵੈਕੂਏਸ ਨੂੰ ਪਹਿਲਾਂ ਹੀ ਸਲਾਹ ਦਿੱਤੀ ਗਈ ਹੈ ਕਿ ਉਹ ਸ਼ਹਿਰ ਵਿੱਚ ਵਾਪਸ ਆਉਣ ਤੋਂ ਬਾਅਦ ਵੀ 72 ਘੰਟਿਆਂ ਲਈ ਸਵੈ ਨਿਰਭਰ ਹੋਣ ਲਈ ਤਿਆਰ ਰਹਿਣ। ਨਾਰਥ ਵੈਸਟ ਟੈਰੀਟਰੀਜ਼ ਐਮਰਜੈਂਸੀ ਮੈਨੇਜਮੈਂਟ ਆਰਗੇਨਾਈਜੇਸ਼ਨ ਦੇ ਸੂਚਨਾ ਅਧਿਕਾਰੀ ਜੇ ਬੋਸ ਦਾ ਕਹਿਣਾ ਹੈ ਕਿ ਇਸ ਅਨਾਉਂਸਮੈਂਟ ਤੋਂ ਬਾਅਦ 2000 ਤੋਂ ਵੱਧ ਲੋਕਾਂ ਨੇ ਰੀ-ਐਂਟਰੀ ਉਡਾਨਾਂ ਲਈ ਪ੍ਰੀ ਰਜਿਸਟਰ ਕੀਤਾ ਹੈ, ਤਾਂ ਜੋ ਖੇਤਰ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੂੰ ਹੋਰ ਕਿੰਨੀਆਂ ਉਡਾਨਾਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਨਾਰਥ ਵੈਸਟ ਟੈਰੀਟਰੀਜ਼ 'ਚ ਲੱਗੀ ਵਾਈਲਡਫਾਇਰ ਕਰਕੇ ਯੈਲੋਨਾਈਫ ਦੇ ਲੋਕਾਂ ਨੂੰ ਸ਼ਹਿਰ ਖਾਲੀ ਕਰਕੇ ਜਾਣਾ ਪਿਆ ਸੀ, ਪਰ ਹੁਣ ਉੱਥੇ ਹਾਲਾਤ ਠੀਕ ਹੋਣ ਤੋਂ ਬਾਅਦ ਇਵੈਕੂਏਟ ਕਰਕੇ ਗਏ ਲੋਕਾਂ ਦੀ ਜਲਦ ਵਾਪਸੀ ਦੀ ਉਮੀਦ ਹੈ। ਅਗਲੀ ਖਬਰ ਲੰਡਨ ਓਨਟਾਰੀਓ ਤੋਂ ਹੈ, ਜਿੱਥੇ ਜੂਨ 2021 ਵਿੱਚ ਮੁਸਲਿਮ ਪਰਿਵਾਰ ਦੇ ਕਤਲ ਮਾਮਲੇ 'ਚ ਮੁਲਜ਼ਮ ਪਾਏ ਗਏ ਨਥਾਨੀਏਲ ਵੈਲਟਮੈਨ ਨੇ ਆਪਣੇ ਦੋਸ਼ੀ ਨਾ ਹੋਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਜਦੋਂ ਲੰਡਨ ਦੇ ਇੱਕ ਪਰਿਵਾਰ ਦੀ ਹੱਤਿਆ ਦੇ ਦੋਸ਼ੀਆਂ ਲਈ ਮੁਕੱਦਮਾ ਸ਼ੁਰੂ ਹੋਇਆ, ਉਸ ਸਮੇਂ ਨਥਾਨੀਏਲ ਵੈਲਟਮੈਨ ਨੇ ਆਪਣੇ ਵਕੀਲ ਵੱਲ ਵਿੰਡਸਰ ਵੱਲ ਵੇਖਿਆ ਅਤੇ ਓਨਟਾਰੀਓ ਵਿੱਚ ਪਹਿਲੀ ਡਿਗਰੀ ਕਤਲ ਦੇ 4 ਮਾਮਲਿਆਂ ਅਤੇ ਕਤਲ ਦੀ ਕੋਸ਼ਿਸ਼ ਦੇ 1 ਕਾਊਂਟ ਤੇ ਪੇਸ਼ ਹੋਣ ਤੋਂ ਪਹਿਲਾਂ ਹੌਲੀ-ਹੌਲੀ ਖੜਾ ਹੋ ਗਿਆ ਅਤੇ ਆਪਣੇ ਵਕੀਲ ਰਾਹੀਂ ਜੱਜ ਸਾਹਮਣੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ। ਬਚਾਅ ਪੱਖ ਦੇ ਵਕੀਲ ਕ੍ਰਿਸਟੋਫਰ ਹਿਕਸ ਨੇ ਅਦਾਲਤ ਵਿੱਚ ਮੁਲਜ਼ਮ ਦੇ ਹਰੇਕ ਦੋਸ਼ ਨੂੰ ਪੜ੍ਹੇ ਜਾਣ ਤੋਂ ਬਾਅਦ 5 ਵਾਰ ਇਸ ਗੱਲ ਨੂੰ ਦੁਹਰਾਇਆ ਕਿ ਮੁਲਜ਼ਮ ਦੋਸ਼ੀ ਨਾ ਹੋਣ ਦੀ ਅਪੀਲ ਕਰ ਰਿਹਾ ਹੈ। ਮੁਲਜ਼ਮ ਦੇ ਅਪੀਲ ਕਰਨ ਤੋਂ ਬਾਅਦ ਮਾਮਲੇ ਵਿੱਚ ਸੁਪੀਰੀਅਰ ਕੋਰਟ ਦੀ ਸੁਣਵਾਈ ਹੁਣ ਲਗਭਗ 3 ਮਹੀਨੇ ਚੱਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 6 ਜੂਨ 2021 ਨੂੰ ਅਫਜ਼ਲ ਦਾ ਪੂਰਾ ਪਰਿਵਾਰ ਉਪਨਗਰੀ ਲੰਡਨ ਵਿੱਚ ਸ਼ਾਮ ਦੀ ਸੈਰ ਲਈ ਬਾਹਰ ਨਿਕਲਿਆ ਸੀ, ਜਦੋਂ ਉਹਨਾਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। 15 ਸਾਲਾਂ ਦਾ ਯੁਮਨਾ ਅਫਜ਼ਲ, ਉਸਦੇ ਮਾਤਾ-ਪਿਤਾ ਅਤੇ ਪਰਿਵਾਰਕ ਮਾਤਰੀ ਇਸ ਘਟਨਾ ਵਿੱਚ ਮਾਰੇ ਗਏ ਸਨ ਅਤੇ ਇੱਕ 9 ਸਾਲ ਦਾ ਬੱਚਾ ਬਚ ਗਿਆ ਸੀ। ਪਰਿਵਾਰ ਦੀ ਹੋਈ ਇਹਨਾਂ ਮੌਤਾਂ ਨਾਲ ਪੂਰਾ ਭਾਈਚਾਰਾ ਸਦਮੇ ਵਿੱਚ ਸੀ, ਜਦੋਂ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸਿਆਸਤਦਾਨਾਂ ਨੂੰ ਲੰਡਨ ਲਿਆਇਆ ਗਿਆ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਨਾਲ ਹੀ ਭਾਈਚਾਰੇ ਵੱਲੋਂ ਕਾਨੂੰਨਾਂ ਵਿੱਚ ਤਬਦੀਲੀਆਂ ਦੀ ਮੰਗ ਕੀਤੀ ਗਈ ਸੀ।
ਹਮਲੇ ਤੋਂ ਕੁਝ ਘੰਟਿਆਂ ਬਾਅਦ ਵੈਲਟਮੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਵੈਲਟਮੈਨ ਉੱਤੇ ਕਤਲ ਦੇ ਦੋਸ਼ਾਂ ਵਿੱਚ ਅੱਤਵਾਦ ਦੇ ਮਾਮਲੇ ਵੀ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਕ੍ਰਾਊਨ ਪ੍ਰੋਸੀਕਿਊਟਰਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਸ ਦੀਆਂ ਕਾਰਵਾਈਆਂ ਯੋਜਨਾਬੱਧ ਅਤੇ ਜਾਣਬੁੱਝ ਕੇ ਕੀਤੀਆਂ ਗਈਆਂ ਸਨ, ਪਰ ਇਹ ਵੀ ਇੱਕ ਰਾਜਨੀਤਿਕ, ਧਾਰਮਿਕ ਜਾਂ ਵਿਚਾਰਧਾਰਕ ਕਾਰਨ ਦੁਆਰਾ ਪ੍ਰੇਰਿਤ ਸੀ। ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮ ਦੇ ਦੋਸ਼ ਲਾਇਆ ਸੀ ਕਿ ਉਹ ਮੁਸਲਿਮ ਵਿਰੋਧੀ ਨਫ਼ਰਤ ਤੋਂ ਪ੍ਰੇਰਿਤ ਸੀ, ਪਰ ਅਦਾਲਤ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ। ਜਿਵੇਂ ਹੀ ਅਦਾਲਤ ਦੇ ਅੰਦਰ ਜੂਰੀ ਦੀ ਚੋਣ ਸ਼ੁਰੂ ਹੋਈ, ਜਿੱਥੇ ਜਸਟਿਸ ਰੇਨੀ ਪੋਮਰੈਂਸ ਮੁਕੱਦਮੇ ਦੀ ਪ੍ਰਧਾਨਗੀ ਕਰ ਰਹੇ ਸੀ, ਉੱਥੇ ਨੈਸ਼ਨਲ ਕੋਲੀਜਨ ਆਫ ਕੈਨੇਡੀਅਨ ਮੁਸਲਮਾਨ ਦੇ ਪ੍ਰਧਾਨ ਨੇ ਬਾਰੀ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ ਕਿ ਲੰਡਨ, ਓਨਟਾਰੀਓ ਵਿੱਚ ਮੁਸਲਿਮ ਭਾਈਚਾਰੇ ਵਿੱਚ ਵਾਪਰੀ ਇੱਕ ਭਿਆਨਕ ਤਰਾਸਦੀ ਨੂੰ ਠੀਕ 27 ਮਹੀਨੇ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਹਾਦਸੇ ਨੇ 4 ਲੋਕਾਂ ਦੀ ਜਾਨ ਲੈ ਲਈ, ਜੋ 3 ਪੀੜ੍ਹੀਆਂ ਨੂੰ ਦਰਸਾਉਂਦੇ ਹਨ। ਸਾਨੂੰ ਉਮੀਦ ਹੈ ਕਿ ਅਸੀਂ ਇੱਕ ਭਾਈਚਾਰੇ ਦੇ ਰੂਪ ਵਿੱਚ ਅਜਿਹੀ ਵਾਰਦਾਤਾਂ ਨੂੰ ਠੀਕ ਕਰਨਾ ਜਾਰੀ ਰੱਖ ਸਕਦੇ ਹਾਂ ਅਤੇ ਇਸ ਮੁਕੱਦਮੇ ਦੇ ਸਿੱਟੇ ਵਜੋਂ ਇਸ ਕੇਸ ਵਿੱਚ ਨਿਆਂ ਦਿਵਾ ਕੇ ਇਸ ਨੂੰ ਬੰਦ ਕਰਾਂਗੇ। ਇਸ ਸਮੇਂ ਉੱਥੇ ਮੌਜੂਦ NCCM ਦੀ ਮੁਖੀ ਆਸਿਆ ਖਾਨ ਨੇ ਕਿਹਾ ਕਿ ਲੰਡਨ ਦੇ ਉਹਨਾਂ ਪਰਿਵਾਰਕ ਮੈਂਬਰਾਂ ਤੇ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ। ਖਾਨ ਨੇ ਕਿਹਾ, ਸਾਡੇ ਭਾਈਚਾਰੇ ਨੇ ਅੱਗੇ ਵਧਣ ਲਈ ਅਥਾਹ ਤਾਕਤ ਦਿਖਾਈ ਹੈ ਅਤੇ ਬਹੁਤ ਸਾਰੇ ਸਾਥੀ ਕੈਨੇਡੀਅਨਸ ਦੀ ਮਦਦ ਨਾਲ ਅਸੀਂ ਅੱਗੇ ਵਧਦੇ ਰਹਿੰਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੰਡਨ ਵਿੱਚ ਵਸਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਇੱਥੋਂ ਦੀ ਸਾਡੀ ਨਿਆਂ ਪ੍ਰਣਾਲੀ ਉਹੀ ਕਰੇਗੀ ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ ਅਤੇ ਸਾਡੇ ਭਾਈਚਾਰੇ ਦੇ ਲੋਕ ਸੁਰੱਖਿਅਤ ਮਹਿਸੂਸ ਕਰਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋਨੇਸ਼ੀਆ ਵਿੱਚ ਲੰਘੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਜਕਾਰਤਾ ਵਿੱਚ ਇੱਕ ਨਿਰਯਾਤ ਵਿਕਾਸ ਦਫ਼ਤਰ ਖੋਲ੍ਹੇਗਾ ਅਤੇ ਇਸ ਖੇਤਰ ਵਿੱਚ ਕੈਨੇਡੀਅਨ ਕਾਰੋਬਾਰਾਂ ਨੂੰ ਨਵੇਂ ਬਾਜ਼ਾਰਾਂ ਵਿੱਚ ਦਾਖਲ ਹੋਣ ਵਿੱਚ ਮਦਦ ਕਰਨ ਲਈ ਇੱਕ ਇੰਡੋ ਪੈਸੀਫਿਕ ਵਪਾਰ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਡੋ ਪੈਸੀਫਿਕ ਟ੍ਰੇਡ ਦੇ 6 ਦਿਨਾਂ ਦੇ ਦੌਰੇ ਤੇ ਹਨ, ਜਿਸ ਨੂੰ ਲੈ ਕੇ ਕੈਨੇਡਾ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਮੈਰੀ ਐਂਜੀ ਨੇ ਜਕਾਰਤਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡੀਅਨ ਕੰਪਨੀਆਂ ਅਤੇ ਨਿਰਯਾਤਕਾਂ ਲਈ ਇਸ ਖੇਤਰ ਵਿੱਚ ਵਾਧਾ ਕਰਨਾ ਅਸਲ ਵਿੱਚ ਮਹੱਤਵਪੂਰਨ ਹੈ, ਕਿਉਂਕਿ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਇਸ ਨਾਲ ਆਪਣੇ ਦੇਸ਼ ਵਿੱਚ ਚੰਗੀਆਂ ਨੌਕਰੀਆਂ ਵਾਪਸ ਆਉਣਗੀਆਂ। ਐਂਜੀ ਨੇ ਕਿਹਾ ਕਿ ਇਹ ਉਹ ਥਾਂ ਹੈ ਜਿੱਥੇ ਨਵਾਂ ਵਪਾਰ ਪ੍ਰਤੀਨਿਧੀ ਪੌਲ ਥੋਪਿਲ ਆਧਾਰਿਤ ਹੋਵੇਗਾ। ਜ਼ਿਕਰਯੋਗ ਹੈ ਕਿ ਟਰੂਡੋ ਦੱਖਣ ਪੂਰਬੀ ਏਸ਼ੀਆਈ ਦੇਸ਼ ਨਾਲ ਕੈਨੇਡਾ ਦੇ ਵੱਧਦੇ ਸੰਬੰਧਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਨਾਲ ਬੀਤੇ ਦਿਨ ਪਹਿਲਾਂ ਇੰਡੋਨੇਸ਼ੀਆ ਪਹੁੰਚੇ ਸਨ, ਜਿਸ ਤੋਂ ਪਹਿਲਾਂ ਦੌਰੇ ਦੇ ਸਮਾਗਮਾਂ ਵਿੱਚ ਇੱਕ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਉਸਦੇ ਮਹਿਲ ਵਿੱਚ ਇੱਕ ਅਧਿਕਾਰਤ ਦੌਰਾ ਸੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਆਪਣੀ ਮੁਲਾਕਾਤ ਨੂੰ ਆਪਣੇ ਵੱਧਦੇ ਸੰਬੰਧਾਂ ਤੇ ਚਰਚਾ ਕਰਨ ਲਈ ਬਿਤਾਇਆ, ਜਿਸ ਨੂੰ ਕੈਨੇਡਾ ਇੰਡੋ ਪੈਸੀਫਿਕ ਖੇਤਰ ਵਿੱਚ ਆਪਣੀ ਕੂਟਨੀਤਿਕ ਅਤੇ ਵਪਾਰਕ ਮੌਜੂਦਗੀ ਨੂੰ ਵਧਾਉਣ ਲਈ ਜ਼ਰੂਰੀ ਸਮਝਦਾ ਹੈ। ਲਿਬਰਲ ਸਰਕਾਰ ਦੁਆਰਾ ਪਿਛਲੇ ਨਵੰਬਰ ਵਿੱਚ ਜਾਰੀ ਕੀਤੀ ਗਈ ਇੰਡੋ ਪੈਸੀਫਿਕ ਰਣਨੀਤੀ ਵਿੱਚ ਇੱਕ ਵਪਾਰਕ ਪ੍ਰਤੀਨਿਧੀ ਦਾ ਵਾਅਦਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਦਾ ਵੱਡਾ ਬੇਟਾ ਜ਼ੇਵੀਅਰ ਉਹਨਾਂ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੋਇਆ, ਜਿਸ ਨੇ ਐਲਾਨ ਕੀਤਾ ਕਿ ਇੰਡੋ ਪੈਸੀਫਿਕ ਖੇਤਰ ਵਿੱਚ ਆਉਣ ਵਾਲੇ 5 ਵਪਾਰਕ ਮਿਸ਼ਨ ਹੋਣਗੇ, ਜਿਸ ਵਿੱਚ ਇੰਡੋਨੇਸ਼ੀਆ, ਫਿਲੀਪੀਨਸ ਅਤੇ ਵੀਅਤਨਾਮ ਦੇ ਦੌਰੇ ਸ਼ਾਮਲ ਹਨ। ਉਸਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਕ ਹੋਰ ਮਹਾਮਾਰੀ ਵਰਗੇ ਭਵਿੱਖ ਦੇ ਜੈਵਿਕ ਖਤਰਿਆਂ ਨੂੰ ਰੋਕਣ ਵਿੱਚ ਮਦਦ ਲਈ 5 ਸਾਲਾਂ ਵਿੱਚ $10 ਮਿਲੀਅਨ ਅਤੇ ਇੰਡੋਨੇਸ਼ੀਆ ਵਿੱਚ ਜਿਨਸੀ ਅਤੇ ਪ੍ਰਜਨਨ ਸਿਹਤ ਪ੍ਰੋਜੈਕਟਾਂ ਲਈ $13 ਮਿਲੀਅਨ ਰੱਖੇ ਗਏ ਹਨ। ਕੈਨੇਡਾ ਸਾਫ਼ ਪਾਣੀ ਅਤੇ ਸੂਰਜੀ ਊਰਜਾ ਲਈ ਹਰਿਆਲੀ ਬੁਨਿਆਦੀ ਢਾਂਚਾ ਬਣਾਉਣ ਲਈ ਇੰਡੋਨੇਸ਼ੀਆ ਨੂੰ $100 ਮਿਲੀਅਨ ਤੋਂ ਵੱਧ ਦਾ ਕਰਜ਼ਾ ਵੀ ਦੇ ਰਿਹਾ ਹੈ। ਟਰੂਡੋ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇੱਥੇ ਇੰਡੋਨੇਸ਼ੀਆ ਵਿੱਚ ਜੋ ਨਿੱਘਾ ਸਵਾਗਤ ਮਿਲਿਆ ਹੈ ਅਤੇ ਅਸੀਂ ਉਸਾਰੂ ਗੱਲਬਾਤ ਕਰ ਰਹੇ ਹਾਂ, ਉਹ ਕੈਨੇਡਾ ਦੀ ਮਜ਼ਬੂਤ ਦੋਸਤੀ ਅਤੇ ਇੰਡੋ ਪੈਸੀਫਿਕ ਖੇਤਰ ਨਾਲ ਵੱਧਦੇ ਸੰਬੰਧਾਂ ਦਾ ਪ੍ਰਮਾਣ ਹੈ। ਉਹਨਾਂ ਨੇ ਕਿਹਾ ਕਿ ਮਿਲ ਕੇ ਅਸੀਂ ਚੰਗੀਆਂ ਨੌਕਰੀਆਂ ਪੈਦਾ ਕਰ ਰਹੇ ਹਾਂ, ਸ਼ਾਂਤੀ ਅਤੇ ਸੁਰੱਖਿਆ ਦੀ ਰੱਖਿਆ ਕਰ ਰਹੇ ਹਾਂ ਅਤੇ ਪ੍ਰਸ਼ਾਂਤ ਦੇ ਦੋਵਾਂ ਪਾਸਿਆਂ ਦੇ ਲੋਕਾਂ ਲਈ ਬਿਹਤਰ ਭਵਿੱਖ ਬਣਾ ਰਹੇ ਹਾਂ। ਇੰਡੋ ਪੈਸੀਫਿਕ ਲਈ ਕੈਨੇਡਾ ਦੇ ਵਿਸ਼ੇਸ਼ ਦੂਤ ਇਆਨ ਮੈਕਕੇ ਨੇ ਆਪਣੇ ਇੱਕ ਬਿਆਨ ਵਿੱਚ ਜਕਾਰਤਾ ਵਿੱਚ ਕਿਹਾ ਕਿ ਅਸੀਂ ਕੈਨੇਡਾ ਖੇਤਰ ਵਿੱਚ ਆਪਣੀ ਮੌਜੂਦਗੀ ਬਣਾਉਣ ਲਈ ਅਸਾਧਾਰਨ ਸਰੋਤਾਂ, ਲੋਕਾਂ, ਸਮੇਂ ਅਤੇ ਪੈਸੇ ਦਾ ਨਿਵੇਸ਼ ਕਰ ਰਹੇ ਹਾਂ। ਮੈਕਕੇ, ਜੋ ਜਾਪਾਨ ਵਿੱਚ ਕੈਨੇਡਾ ਦੇ ਰਾਜਦੂਤ ਵੀ ਹਨ, ਨੇ ਕਿਹਾ ਕਿ ਇਹ ਬਿਲਕੁਲ ਉਹੀ ਹੈ ਜੋ ਰਾਸ਼ਟਰਪਤੀ ਵਿਡੋਡੋ ਵਰਗੇ ਆਗੂ ਚਾਹੁੰਦੇ ਹਨ ਅਤੇ ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਸਦੇ ਨਿੱਘੇ ਸੰਬੰਧਾਂ ਦੁਆਰਾ ਦਰਸਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੀ ਇੰਡੋ ਪੈਸੀਫਿਕ ਰਣਨੀਤੀ ਦੌਰਾਨ ਟਰੂਡੋ ਦੀ ਮਰਡੇਕਾ ਪੈਲੇਸ ਦੀ ਸਰਕਾਰੀ ਫੇਰੀ ਦੌਰਾਨ ਆਗੂਆਂ ਦੇ ਸੰਬੰਧਾਂ ਨੂੰ ਉਜਾਗਰ ਕੀਤਾ ਗਿਆ, ਜਿਸ ਦੌਰਾਨ ਟਰੂਡੋ ਵੱਲੋਂ ਵਿਡੋਡੋ ਨੂੰ ਇੱਕ ਕੈਨੇਡਾ ਦੀ ਬਾਸਕਟਬਾਲ ਟੀਮ ਦੀ ਜਰਸੀ ਪੇਸ਼ ਕੀਤੀ ਗਈ, ਜਿਸ ਵਿੱਚ ਵਿਡੋਡੋ ਦਾ ਉਪਨਾਮ ਜ਼ੋਕੋਵੀ ਅਤੇ ਨੰਬਰ 7 ਲਿਖਿਆ ਹੋਇਆ ਹੈ। ਵਿਡੋਡੋ ਇੰਡੋਨੇਸ਼ੀਆ ਦੇ 7ਵੇਂ ਰਾਸ਼ਟਰਪਤੀ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੀ ਬਾਸਕਟਬਾਲ ਟੀਮ ਜਕਾਰਤਾ ਵਿੱਚ ਖੇਡੀ, ਜਿੱਥੇ ਪੁਰਸ਼ਾਂ ਦੀ ਬਾਸਕਟਬਾਲ ਟੀਮ ਸਪੇਨ ਨੂੰ ਹਰਾ ਕੇ 올림픽ਸ ਵਿੱਚ ਅੱਗੇ ਵਧੀ। ਟਰੂਡੋ ਨੇ ਟੀਮ ਨੂੰ ਮਿਲੇ ਨਿੱਘ ਲਈ ਵਿਡੋਡੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਡੂੰਘੇ ਸੰਬੰਧਾਂ ਦਾ ਇੱਕ ਸ਼ਾਨਦਾਰ ਉਦਾਹਰਣ ਹੈ। ਜਾਣਕਾਰੀ ਮੁਤਾਬਕ ਟਰੂਡੋ ਅੱਜ ਦੱਖਣ ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਵਿੱਚ ਟਿੱਪਣੀਆਂ ਦੇਣਗੇ, ਕਿਉਂਕਿ 10 ਦੇਸ਼ਾਂ ਦਾ ਬਲਾਕ ਕੈਨੇਡਾ ਨੂੰ ਆਪਣਾ ਨਵੀਨਤਮ ਰਣਨੀਤਕ ਭਾਈਵਾਲ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਕਿ ਕੈਨੇਡਾ ਵੱਲੋਂ ASEAN ਨਾਲ ਕੀਤੀ ਵਪਾਰਕ ਤਰੱਕੀ ਦਾ ਪ੍ਰਤੀਕ ਹੈ। ASEAN ਬਲਾਕ ਦੇ ਦੇਸ਼ਾਂ ਨਾਲ ਵਪਾਰ ਪਿਛਲੇ ਸਾਲ ਲਗਭਗ 29% ਵਧੇ ਹਨ, ਜਿਸ ਵਿੱਚ ਖੇਤੀਬਾੜੀ ਕਾਰੋਬਾਰ ਸਭ ਤੋਂ ਵੱਡੇ ਆਰਥਿਕ ਖੇਤਰਾਂ ਵਿੱਚੋਂ ਇੱਕ ਹੈ। ਟਰੂਡੋ ਦੇ ਇਸ ਦੌਰੇ ਦੌਰਾਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਬਿਨ ਇਬਰਾਹਿਮ, ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ, ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨ ਚਿਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਵੀ ਇਸ ਸੰਮੇਲਨ ਵਿੱਚ ਗੱਲਬਾਤ ਕਰਨ ਦੀ ਉਮੀਦ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਗ੍ਰੀਨ ਬੈਲਟ ਜ਼ਮੀਨ ਦਾ ਮੁੜ ਮੁਲਾਂਕਣ ਕਰੇਗੀ, ਜਿਸ ਵਿੱਚ ਜ਼ਮੀਨ ਹਟਾਉਣ ਲਈ ਸੈਂਕੜੇ ਵਾਧੂ ਅਰਜ਼ੀਆਂ ਸ਼ਾਮਲ ਹਨ, ਜਿਸ ਦੇ ਨਤੀਜੇ ਵਜੋਂ ਸੁਰੱਖਿਅਤ ਜ਼ਮੀਨ ਵਿੱਚ ਹੋਰ ਬਦਲਾਅ ਹੋ ਸਕਦੇ ਹਨ। ਫੋਰਡ ਨੇ ਕਿਹਾ ਕਿ ਇਹ ਮੁਲਾਂਕਣ ਪਿਛਲੀ ਲਿਬਰਲ ਸਰਕਾਰ ਦੁਆਰਾ ਲਾਜ਼ਮੀ ਇੱਕ ਵੱਡੀ ਸਮੀਖਿਆ ਦਾ ਹਿੱਸਾ ਹੈ, ਜਿਸ ਨੇ 2005 ਵਿੱਚ ਕਾਨੂੰਨ ਬਣਾਇਆ ਸੀ ਕਿ ਗ੍ਰੀਨ ਬੈਲਟ ਜ਼ਮੀਨਾਂ ਦੀ ਹਰ 10 ਸਾਲਾਂ ਵਿੱਚ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਤੋਂ ਸਟੀਵ ਕਲਾਰਕ ਦੇ ਅਸਤੀਫੇ ਤੋਂ ਬਾਅਦ ਇਸ ਅਹੁਦੇ ਤੇ ਆਉਣ ਵਾਲੇ ਨਵੇਂ ਹਾਊਸਿੰਗ ਮੰਤਰੀ ਪੌਲ ਕੈਲੈਂਡਰਾ ਲਈ ਵੀ ਇਹ ਪਹਿਲੇ ਕੰਮਾਂ ਵਿੱਚੋਂ ਇੱਕ ਹੋਵੇਗਾ। ਪ੍ਰੀਮੀਅਰ ਨੇ ਕਿਹਾ ਕਿ ਇਹ ਨਵੇਂ ਹਾਊਸਿੰਗ ਮੰਤਰੀ ਦੇ ਨਿਰਭਰ ਕਰੇਗਾ ਕਿ ਉਹ ਸਮੀਖਿਆ ਪੂਰੀ ਹੋਣ ਤੋਂ ਬਾਅਦ ਫੈਸਲਾ ਕਰਨਗੇ ਕਿ ਗ੍ਰੀਨ ਬੈਲਟ ਦੀ ਹੋਰ ਜ਼ਮੀਨ ਨੂੰ ਹਟਾਇਆ ਜਾਵੇਗਾ ਜਾਂ ਨਹੀਂ। ਫੋਰਡ ਨੇ ਜਾਣਕਾਰੀ ਦਿੱਤੀ ਕਿ ਉੱਪਰ ਤੋਂ ਹੇਠਾਂ ਤੱਕ ਇੱਕ ਪੂਰੀ ਸਮੀਖਿਆ ਹੋਣ ਜਾ ਰਹੀ ਹੈ ਅਤੇ ਉਹਨਾਂ ਨੂੰ ਆਪਣੀ ਯੋਗਤਾ ਤੇ ਖੜਾ ਹੋਣਾ ਪਵੇਗਾ ਅਤੇ ਇਹ ਸਿਰਫ 14 ਜ਼ਮੀਨਾਂ ਹੀ ਨਹੀਂ ਹਨ, ਇਹ ਪੂਰੇ ਬੋਰਡ ਵਿੱਚ 7 ਜਾਂ 800 ਜ਼ਮੀਨਾਂ ਹੋਣਗੀਆਂ। ਫੋਰਡ ਨੇ ਕਿਹਾ ਕਿ ਅਸੀਂ ਸਰਕਾਰੀ ਅਧਿਕਾਰੀਆਂ ਦੁਆਰਾ ਇੱਕ ਪ੍ਰਕਿਰਿਆ ਨੂੰ ਇਕੱਠਾ ਕਰ ਰਹੇ ਹਾਂ, ਜਿਸ ਵਿੱਚ ਅਸੀਂ ਇਹ ਯਕੀਨੀ ਬਣਾਉਣ ਜਾ ਰਹੇ ਹਾਂ ਕਿ ਅੱਗੇ ਆਉਣ ਵਾਲੀ ਹਰ ਅਰਜ਼ੀ ਦੀ ਯੋਗਤਾ ਹੈ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਜਾਰੀ ਕੀਤੀ ਗਈ ਇੱਕ ਆਡੀਟਰ ਜਨਰਲ ਰਿਪੋਰਟ ਵਿੱਚ ਪਾਇਆ ਗਿਆ ਕਿ ਹੋਰ ਚੀਜ਼ਾਂ ਦੇ ਨਾਲ ਜ਼ਿਆਦਾਤਰ ਪ੍ਰਸਤਾਵਿਤ ਸਾਈਟਾਂ ਦੇ ਮਾਪਦੰਡਾਂ ਵਿੱਚ ਫਿੱਟ ਨਾ ਪਾਏ ਜਾਣ ਤੋਂ ਬਾਅਦ ਵਿਕਾਸ ਲਈ ਕਿਹੜੀਆਂ ਜ਼ਮੀਨਾਂ ਦੀ ਚੋਣ ਕੀਤੀ ਗਈ ਸੀ ਦੇ ਮਾਪਦੰਡ ਬਦਲ ਦਿੱਤੇ ਗਏ ਸਨ। ਸਰਕਾਰ ਦੁਆਰਾ ਨਿਰਧਾਰਿਤ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ਲਈ ਕੁਝ ਪ੍ਰਸਤਾਵਿਤ ਸਾਈਟਾਂ ਨੂੰ ਵੀ ਬਦਲਿਆ ਗਿਆ ਸੀ। ਫੋਰਡ ਨੇ ਕਿਹਾ ਕਿ ਪ੍ਰੋਵਿੰਸ ਦੁਆਰਾ ਵਿਕਾਸ ਲਈ ਮੂਲ ਰੂਪ ਵਿੱਚ ਚੁਣੀਆਂ ਗਈਆਂ 15 ਸਾਈਟਾਂ ਦੀ ਵੀ ਇੱਕ ਸੂਬਾਈ ਸੁਵਿਧਾਕਾਰਤਾ ਦੁਆਰਾ ਸਮੀਖਿਆ ਕੀਤੀ ਜਾਵੇਗੀ। ਪ੍ਰੀਮੀਅਰ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿ ਅਜੈਕਸ ਦੀ ਇੱਕ ਸਾਈਟ ਨੂੰ ਗ੍ਰੀਨ ਬੈਲਟ ਨੂੰ ਵਾਪਸ ਕਰ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਖੋਜਕਰਤਾ ਨੇ ਮਕਾਨ ਬਣਾਉਣ ਦੀ ਬਜਾਏ ਵਿਕਰੀ ਲਈ ਜਾਇਦਾਦ ਨੂੰ ਸੂਚੀਬੱਧ ਕੀਤਾ ਸੀ। ਪੁਨਰ ਮੁਲਾਂਕਣ ਦੇ ਬਾਵਜੂਦ ਫੋਰਡ ਨੇ ਕਿਹਾ ਕਿ ਬਾਕੀ ਬਚੀਆਂ 14 ਸਾਈਟਾਂ ਨੂੰ ਵਿਕਸਿਤ ਕਰਨ ਤੇ ਪ੍ਰਗਤੀ ਜਾਰੀ ਰਹੇਗੀ ਅਤੇ ਨਿਰਧਾਰਿਤ ਫੈਸਿਲਿਟੇਟਰ ਇਹ ਯਕੀਨੀ ਬਣਾਏਗਾ ਕਿ ਡਿਵੈਲਪਰਾਂ ਵਿੱਚ ਕਮਿਊਨਿਟੀ ਸੈਂਟਰ, ਹਸਪਤਾਲ, ਪਾਰਕ ਅਤੇ ਉਹਨਾਂ ਦੀ ਜਾਇਦਾਦ ਦੇ ਲੰਬੇ ਸਮੇਂ ਦੀ ਦੇਖਭਾਲ ਸ਼ਾਮਲ ਹੈ। ਸਰਕਾਰ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਹੈ ਕਿ ਉਹ ਨਵੰਬਰ 2022 ਵਿੱਚ ਗ੍ਰੀਨ ਬੈਲਟ ਤੋਂ 7400 ਏਕੜ ਜ਼ਮੀਨ ਹਟਾਏਗੀ, ਜਿਸ ਵਿੱਚ ਹੋਰ 9400 ਏਕੜ ਜ਼ਮੀਨ ਗ੍ਰੀਨ ਬੈਲਟ ਵਿੱਚ ਕਿਤੇ ਹੋਰ ਸ਼ਾਮਲ ਕੀਤੀ ਗਈ ਹੈ। ਪਿਛਲੇ ਮਹੀਨੇ ਜਾਰੀ ਕੀਤੀਆਂ 2 ਰਿਪੋਰਟਾਂ, ਇੱਕ ਆਡੀਟਰ ਜਨਰਲ ਦੁਆਰਾ ਅਤੇ ਦੂਜੀ ਪ੍ਰੋਵਿੰਸ ਦੇ ਅਖੰਡਤਾ ਕਮਿਸ਼ਨਰ ਦੁਆਰਾ, ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਨਿਗਰਾਨੀ ਅਤੇ ਲੀਡਰਸ਼ਿਪ ਦੀ ਘਾਟ ਕਾਰਨ ਹਾਊਸਿੰਗ ਮੰਤਰਾਲੇ ਨਾਲ ਸੰਬੰਧ ਰੱਖਣ ਵਾਲੇ ਕੁਝ ਡਿਵੈਲਪਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਫਾਇਦਾ ਹੋਇਆ। ਆਡੀਟਰ ਜਨਰਲ ਨੇ ਸਰਕਾਰ ਨੂੰ ਆਪਣੇ ਨਤੀਜਿਆਂ ਦੇ ਨਤੀਜੇ ਵਜੋਂ ਗ੍ਰੀਨ ਬੈਲਟ ਦੀਆਂ ਹੱਦਾਂ ਨੂੰ ਬਦਲਣ ਦੇ 2022 ਦੇ ਫੈਸਲੇ ਦਾ ਮੁੜ ਮੁਲਾਂਕਣ ਕਰਨ ਦੀ ਸਿਫਾਰਿਸ਼ ਕੀਤੀ। ਹਾਲਾਂਕਿ ਫੋਰਡ ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹਾ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਰਿਹਾਇਸ਼ ਨਹੀਂ ਬਣਾਈ ਜਾਂਦੀ। ਪ੍ਰਾਪਤ ਜਾਣਕਾਰੀ ਅਨੁਸਾਰ 2 ਮਿਲੀਅਨ ਏਕੜ ਵਾਲੀ ਗ੍ਰੀਨ ਬੈਲਟ ਦੀ ਆਖਰੀ ਸਮੀਖਿਆ 2015 ਵਿੱਚ ਸ਼ੁਰੂ ਹੋਈ ਸੀ ਅਤੇ 2017 ਵਿੱਚ ਪੂਰੀ ਹੋਈ ਸੀ। ਇਸ ਟਾਈਮਲਾਈਨ ਦੇ ਅਨੁਸਾਰ ਅਗਲੀ ਵਾਰ ਇਸ ਦੀ ਸਮੀਖਿਆ 2025 ਦੇ ਆਸ-ਪਾਸ ਹੋਣੀ ਚਾਹੀਦੀ ਹੈ, ਜੋ ਕਿ ਅਗਲੀਆਂ ਪ੍ਰੋਵਿੰਸ ਦੀਆਂ ਚੋਣਾਂ ਤੋਂ 1 ਸਾਲ ਪਹਿਲਾਂ ਹੈ। ਨਿਊ ਇੰਗਲੈਂਡ ਦੇ ਮੈਸੇਚਿਉਸੇਟਸ 'ਚ ਇੱਕ 14 ਸਾਲ ਦੇ ਬੱਚੇ ਦੀ 1 ਚਿਪ ਚੈਲੰਜ ਪੂਰਾ ਕਰਨ ਤੋਂ ਬਾਅਦ ਮੌਤ ਹੋ ਗਈ। ਹਾਲਾਂਕਿ ਹੈਰਿਸ ਵੋਲਬੋ ਨਾਂ ਦੇ ਬੱਚੇ ਦੀ ਮੌਤ ਦਾ ਕਾਰਨ ਅਜੇ ਤੈਅ ਨਹੀਂ ਹੋਇਆ ਹੈ, ਪਰ ਬੱਚੇ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਚਿਪ ਚੈਲੰਜ ਦੀ ਪੇਚੀਦਗੀਆਂ ਦਾ ਡਰ ਹੈ। ਮੈਸੇਚਿਉਸੇਟਸ ਦੇ ਇੱਕ 14 ਸਾਲ ਦੇ ਲੜਕੇ ਦੀ ਅਚਾਨਕ ਮੌਤ ਉਸ ਵੇਲੇ ਹੋਈ ਜਦੋਂ ਉਸਨੇ ਖਾਸ ਤੌਰ ਤੇ ਮਸਾਲੇਦਾਰ ਟੋਰਟਿਲਾ ਚਿਪ ਖਾਧੀ, ਜਿਸ ਤੋਂ ਬਾਅਦ ਉਸਦਾ ਪੂਰਾ ਪਰਿਵਾਰ ਸੋਗ ਵਿੱਚ ਹੈ। ਇਸ ਮਾਮਲੇ ਦੀ ਜਾਣਕਾਰੀ ਵਰਸੇਸਟਰ ਪਬਲਿਕ ਸਕੂਲ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਹੈਰਿਸ ਦੀ ਮੌਤ ਦਾ ਕਾਰਨ ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਨਿਰਧਾਰਿਤ ਕੀਤਾ ਜਾਵੇਗਾ, ਪਰ ਉਸ ਦੇ ਰਿਸ਼ਤੇਦਾਰ ਡਰਦੇ ਹਨ ਕਿ ਨਿਰਮਾਤਾ ਕੰਪਨੀ ਪੈਕੀ ਤੋਂ ਇੱਕ ਬਹੁਤ ਹੀ ਮਸਾਲੇਦਾਰ ਟੋਰਟਿਲਾ ਚਿਪ ਖਾਣ ਨਾਲ ਹੋਣ ਵਾਲੀਆਂ ਪੇਚੀਦਗੀਆਂ ਇਸ ਮੌਤ ਦਾ ਇੱਕ ਕਾਰਨ ਹੈ, ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਗਰ ਇਸ ਚੈਲੰਜ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਇੱਕ ਆਨਲਾਈਨ GoFundMe ਮੁਹਿੰਮ ਦੇ ਅਨੁਸਾਰ ਉਸ ਦੇ ਪਰਿਵਾਰ ਨੂੰ ਲਾਭ ਪਹੁੰਚਣਾ ਸੀ। ਹਾਲਾਂਕਿ ਇਸ ਮਾਮਲੇ ਵਿੱਚ ਪੈਕੀ ਕੰਪਨੀ ਨੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵਨ ਚਿਪ ਚੈਲੰਜ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਖਪਤਕਾਰਾਂ ਨੂੰ ਸੋਸ਼ਲ ਮੀਡੀਆ ਤੇ ਦੁਨੀਆ ਦੀਆਂ 2 ਸਭ ਤੋਂ ਗਰਮ ਮਿਰਚਾਂ ਤੋਂ ਬਣੇ ਉਤਪਾਦ ਨੂੰ ਖਾਣ ਦੇ ਵੀਡੀਓ ਪ੍ਰਕਾਸ਼ਿਤ ਕਰਨ ਲਈ ਸੱਦਾ ਦਿੰਦੀ ਹੈ। ਹੈਰਿਸ ਦੀ ਮਾਂ ਲੋਇਸ ਵੋਲੋਬਾ ਨੇ ਸਥਾਨਕ ਟੈਲੀਵਿਜ਼ਨ ਨਿਊਜ਼ ਆਊਟਲੈਟ WBTS ਨੂੰ ਦੱਸਿਆ ਕਿ ਉਸਦੇ ਬੇਟੇ ਨੂੰ ਮੈਸਚਿਓਸੇਟਸ ਦੇ ਵਰਸੈਸਟਰ ਵਿੱਚ ਡੋਟੀ ਮੈਮੋਰੀਅਲ ਹਾਈ ਸਕੂਲ ਵਿੱਚ ਇੱਕ ਸਾਥੀ ਵਿਦਿਆਰਥੀ ਦੁਆਰਾ ਇੱਕ ਪੈਕੀ ਕੰਪਨੀ ਦੀ ਚਿਪ ਦਿੱਤੀ ਗਈ ਸੀ, ਜਿਸ ਨੂੰ ਖਾਣ ਤੋਂ ਬਾਅਦ ਹੈਰਿਸ ਦੇ ਢਿੱਡ ਵਿੱਚ ਬਹੁਤ ਦਰਦ ਹੋਇਆ ਅਤੇ ਉਹ ਸਕੂਲ ਦੀ ਨਰਸ ਕੋਲ ਗਿਆ, ਜਿਸ ਨੇ ਉਸਦੀ ਮਾਂ ਨੂੰ ਫੋਨ ਕੀਤਾ ਅਤੇ ਉਸ ਨੂੰ ਸਕੂਲ ਤੋਂ ਚੁੱਕਣ ਲਈ ਬੁਲਾਇਆ। ਹੈਰਿਸ ਨੂੰ ਘਰ ਜਾਣ ਤੋਂ ਬਾਅਦ ਕੁਝ ਰਾਹਤ ਮਹਿਸੂਸ ਹੋਈ, ਪਰ ਫਿਰ ਉਹ ਬੇਹੋਸ਼ ਹੋ ਗਿਆ ਕਿਉਂਕਿ ਉਹ ਬਾਸਕਟਬਾਲ ਟੀਮ ਵਿੱਚ ਸ਼ਾਮਲ ਹੋਣ ਲਈ ਪ੍ਰੈਕਟਿਸ ਕਰਨ ਲਈ ਤਿਆਰ ਸੀ। ਜਦੋਂ ਹੈਰਿਸ ਦੇ ਭਰਾ ਨੇ ਉਸ ਨੂੰ ਬੇਹੋਸ਼ ਵੇਖਿਆ, ਉਸ ਨੂੰ ਹਸਪਤਾਲ ਲਿਆਂਦਾ, ਜਿੱਥੇ ਹੈਰਿਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਰਸੈਸਟਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਹੈਰਿਸ ਦੀ ਮੌਤ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੀ ਟੀਮ ਵਿੱਚ ਸ਼ਾਮਲ ਹਨ, ਪਰ ਅਫਸਰਾਂ ਵੱਲੋਂ ਇਸ ਗੱਲ ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਕਿ ਉਹ ਬੱਚੇ ਦੀ ਮੌਤ ਪੈਕੀ ਕੰਪਨੀ ਦੇ ਚਿਪ ਖਾਣ ਨਾਲ ਹੋਈ ਹੈ ਜਾਂ ਨਹੀਂ। ਇਸ ਬਾਰੇ ਜਾਂਚ ਕਰ ਰਹੇ ਹਨ ਜਾਂ ਸੰਭਾਵਿਤ ਯੋਗਦਾਨ ਵਜੋਂ ਕਿਸੇ ਵੀ ਗਤੀਵਿਧੀਆਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਮ੍ਰਿਤਕ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਬੇਟੇ ਨੂੰ ਨਰਸ ਦੇ ਦਫ਼ਤਰ ਜਾਣ ਤੋਂ ਬਾਅਦ ਉਸਦੇ ਘਰ ਦੀ ਬਜਾਏ ਹਸਪਤਾਲ ਭੇਜਿਆ ਜਾਣਾ ਚਾਹੀਦਾ ਸੀ ਅਤੇ ਬੱਚੇ ਦੀ ਮਾਂ ਨੇ ਕਿਹਾ ਕਿ ਉਸਨੇ ਆਊਟਲੈਟ ਨਾਲ ਗੱਲ ਕੀਤੀ ਹੈ ਤਾਂ ਜੋ ਬਾਕੀ ਪਰਿਵਾਰ ਹਨ ਉਹ ਪੈਕੀ ਚਿਪਸ ਨਾਲ ਜੁੜੀਆਂ ਚੇਤਾਵਨੀਆਂ ਤੋਂ ਜਾਣੂ ਹੋ ਜਾਣ। ਵਿਅਕਤੀਗਤ ਤੌਰ ਤੇ ਲਪੇਟੀਆਂ ਟੋਰਟਿਲਾ ਚਿਪਸ ਕੈਰੋਲੀਨਾ ਰੀਪਰ ਅਤੇ ਸਕੋਰਪੀਅਨ ਮਿਰਚਾਂ ਤੋਂ ਬਣਾਈਆਂ ਗਈਆਂ ਹਨ, ਜੋ ਕਿ ਦੁਨੀਆ ਦੀ 2 ਸਭ ਤੋਂ ਵੱਧ ਮਸਾਲੇਦਾਰ ਮਿਰਚਾਂ ਹਨ। ਪੈਕੀ ਖਪਤਕਾਰਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਚਿਪਸ ਸਿਰਫ ਬਾਲਗਾਂ ਲਈ ਹਨ ਅਤੇ ਬੱਚਿਆਂ ਜਾਂ ਕਿਸੇ ਵੀ ਵਿਅਕਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਜਿਸ ਨੂੰ ਮਸਾਲੇਦਾਰ ਭੋਜਨ ਲਈ ਐਲਰਜੀ ਜਾਂ ਸੰਵੇਦਨਸ਼ੀਲਤਾ ਹੈ। ਮਿਲੀ ਜਾਣਕਾਰੀ ਅਨੁਸਾਰ ਚੁਣੌਤੀ ਭਾਗੀਦਾਰ ਜ਼ਿਆਦਾਤਰ ਹੰਝੂ ਜਾਂ ਪੇਟ ਦਰਦ ਦੀ ਰਿਪੋਰਟ ਕਰਦੇ ਹਨ, ਪਰ ਚੁਣੌਤੀ ਨੇ ਬੇਪਰਵਾਹ ਸੁਰੱਖਿਆ ਖਿੱਚੀਆਂ ਜਦੋਂ ਜਾਰਜੀਆ ਵਿੱਚ ਪਹਿਲੇ ਜਵਾਬ ਦੇਣ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਵਿਦਿਆਰਥੀ ਦਾ ਇਲਾਜ ਕਰਨ ਲਈ ਇੱਕ ਸਥਾਨਕ ਹਾਈ ਸਕੂਲ ਜਾਣਾ ਪਿਆ, ਜਿਸ ਨੇ ਇੱਕ ਚਿਪ ਚੁਣੌਤੀ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ। ਕੈਲੀਫੋਰਨੀਆ ਦੇ ਬੇ ਏਰੀਆ ਵਿੱਚ ਕਈ ਵਿਦਿਆਰਥੀ ਜਿਨ੍ਹਾਂ ਨੇ ਚੁਣੌਤੀ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬਿਮਾਰ ਹੋਣ ਦੀ ਰਿਪੋਰਟ ਕੀਤੀ ਨੇ ਵੀ ਕਥਿਤ ਤੌਰ ਤੇ ਆਪਣੇ ਸਕੂਲ ਜ਼ਿਲ੍ਹੇ ਨੂੰ ਗਤੀਵਿਧੀ ਬਾਰੇ ਮਾਪਿਆਂ ਨੂੰ ਨੋਟਿਸ ਦੇਣ ਲਈ ਕਿਹਾ। ਹੈਰਿਸ ਦੇ ਸਕੂਲ ਦੇ ਇੰਚਾਰਜ ਅਧਿਕਾਰੀਆਂ ਦੇ ਬਿਆਨ ਵਿੱਚ ਉਸ ਨੂੰ ਉੱਭਰਦਾ ਤਾਰਾ ਦੱਸਿਆ ਗਿਆ। ਉਸਦੇ ਪਰਿਵਾਰ ਦੀ GoFundMe ਮੁਹਿੰਮ ਤੇ ਇੱਕ ਨੋਟ ਵੀ ਛੱਡਿਆ ਗਿਆ, ਜਿਸ ਨੇ ਮੰਗਲਵਾਰ ਤੱਕ $22,000 ਤੋਂ ਵੱਧ ਇਕੱਠਾ ਕੀਤਾ ਸੀ। ਨੇ ਕਿਹਾ ਕਿ ਉਹ ਇੱਕ ਬੁੱਧੀਮਾਨ, ਵਿਅੰਗਾਤਮਕ ਅਤੇ ਅਵਿਸ਼ਵਾਸਯੋਗ ਪ੍ਰਤਿਭਾਸ਼ਾਲੀ ਨੌਜਵਾਨ ਸੀ ਜੋ ਵੀਡੀਓ ਗੇਮਸ ਅਤੇ ਬਾਸਕਟਬਾਲ ਖੇਡਣਾ ਪਸੰਦ ਕਰਦਾ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਦੇਸ਼ ਦੀ ਸਭ ਤੋਂ ਵਿਅਸਤ 에ਅਰਲਾਈਨਾਂ ਵਿੱਚੋਂ ਇੱਕ ਯੂਨਾਈਟਿਡ 에ਅਰਲਾਈਨਸ ਨੇ ਇਕਵਿਪਮੈਂਟ ਆਊਟੇਜ ਕਰਕੇ ਬੀਤੇ ਦਿਨ ਦੇਸ਼ ਵਿਆਪੀ ਉਡਾਨਾਂ ਨੂੰ ਬੰਦ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ FAA 에ਅਰ ਟ੍ਰੈਫਿਕ ਕੰਟਰੋਲ ਸੈਂਟਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਸਾਰੀਆਂ ਯੂਨਾਈਟਿਡ ਫਲਾਈਟਾਂ ਨੂੰ ਇੱਕ ਉਪਕਰਨ ਦੇ ਮੁੱਦੇ ਤੇ ਕੰਪਨੀ ਦੀ ਬੇਨਤੀ ਤੇ ਆਧਾਰਿਤ ਕੀਤਾ ਗਿਆ ਸੀ, ਜਿਸ ਵਿੱਚ NBC ਸ਼ਿਕਾਗੋ ਨੇ ਰਿਪੋਰਟ ਕੀਤੀ ਸੀ ਕਿ ਯੂਨਾਈਟਿਡ ਦੀ ਬੇਨਤੀ ਤੇ ਸਾਰੇ ਹਵਾਈ ਅੱਡਿਆਂ ਤੇ ਪੂਰਬੀ ਸਮੇਂ ਦੇ ਘੱਟੋ-ਘੱਟ 2 ਵਜੇ ਤੱਕ ਜ਼ਮੀਨੀ ਸਟਾਪ ਪ੍ਰਭਾਵੀ ਰਹੇਗਾ। ਮਿਲੀ ਜਾਣਕਾਰੀ ਮੁਤਾਬਕ ਡਾਊਨ ਡਿਟੈਕਟਰ ਨੇ ਯੂਨਾਈਟਿਡ 에ਅਰਲਾਈਨਸ ਨਾਲ ਸਮੱਸਿਆਵਾਂ ਦੀਆਂ 770 ਤੋਂ ਵੱਧ ਰਿਪੋਰਟਾਂ ਦਿਖਾਈਆਂ, ਜਿਨ੍ਹਾਂ ਵਿੱਚ 90% ਦੇਰੀ ਵਾਲੀ ਫਲਾਈਟਾਂ ਸਨ। ਯੂਨਾਈਟਿਡ 에ਅਰਲਾਈਨਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਸ ਲੇਬਰ ਡੇ ਵੀਕਐਂਡ ਵਿੱਚ ਸਾਲ ਦੇ ਸਭ ਤੋਂ ਵਿਅਸਤ ਯਾਤਰਾ ਵਾਲੇ ਦਿਨ ਹੋਣ ਦੀ ਉਮੀਦ ਹੈ। 31 ਅਗਸਤ ਅਤੇ ਸਤੰਬਰ ਇੱਕ ਸਭ ਤੋਂ ਵਿਅਸਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਇਕਵਿਪਮੈਂਟ ਆਊਟੇਜ ਦੇ ਚੱਲਦੇ ਯੂਨਾਈਟਿਡ 에ਅਰਲਾਈਨਸ ਨੂੰ ਆਪਣੀਆਂ ਉਡਾਨਾਂ ਬੰਦ ਕਰਨੀਆਂ ਪਈਆਂ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।